ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਕਰ ਰਹੇ ਹਾਂ ਤੀਜੀ ਜਮਾਤ ਦੀ ਕਿਤਾਬ ਪੰਜਾਬੀ ਪੁਸਤਕ ਤੇ ਪੜ੍ਹਨ ਜਾ ਰਹੇ ਹਾਂ ਉਹਦਾ 5ਵਾਂ ਪਾਠ ਜਿਹਦਾ ਨਾਮ ਹੈ ਵੱਡਾ ਕੌਣ। ਤੇ ਇਸ ਪਾਠ ਵਿੱਚ ਹੱਥ ਦੀਆਂ 5 ਉਂਗਲਾਂ ਦੇ ਵਿੱਚ ਲੜਾਈ ਹੋ ਜਾਂਦੀ ਹੈ ਕਿ ਕੌਣ ਵੱਡਾ ਹੁੰਦਾ। ਆਪਸ ਵਿੱਚ ਉਹ ਬਹਿਸ ਕਰਨ ਲੱਗ ਪੈਂਦੀਆਂ ਨੇ। ਜਦ ਉਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਕੌਣ ਸਭ ਤੋਂ ਵੱਡਾ ਹੈ ਤਾਂ ਫਿਰ ਉਹ ਪੰਚਾਇਤ ਕੋਲ ਚਲੀਆਂ ਜਾਂਦੀਆਂ ਨੇ ਤੇ ਪੰਚਾਇਤ ਇਸ ਦਾ ਕੀ ਫੈਸਲਾ ਲੈਂਦੀ ਹੈ, ਉਹਨਾਂ ਨੂੰ ਕੀ ਜਵਾਬ ਦਿੰਦੀ ਹੈ, ਇਸ ਬਾਰੇ ਆਪਾਂ ਇਸ ਪਾਠ ਵਿੱਚ ਪੜਾਂਗੇ। ਆਓ ਸ਼ੁਰੂ ਕਰਦੇ ਹਾਂ। ਇੱਕ ਵਾਰ ਹੱਥ ਦੀਆਂ ਉਂਗਲਾਂ ਵਿੱਚ ਬਹਿਸ ਹੋ ਗਈ। ਅੰਗੂਠਾ ਆਖਣ ਲੱਗਾ, ਮੈਂ ਸਭ ਉਂਗਲਾਂ ਵਿੱਚੋਂ ਵੱਡਾ ਹਾਂ। ਉਹਦੇ ਨਾਲ ਵਾਲੀ ਉਂਗਲ ਆਖਣ ਲੱਗੀ, ਨਹੀਂ, ਤੂੰ ਨਹੀਂ ਸਭ ਤੋਂ ਵੱਡੀ, ਮੈਂ ਹਾਂ। ਬਾਕੀ ਤਿੰਨਾਂ ਉਂਗਲਾਂ ਨੇ ਵੀ ਇਸੇ ਤਰ੍ਹਾਂ ਆਪਣੇ ਆਪ ਨੂੰ ਵੱਡਾ ਆਖਿਆ। ਜਦੋਂ ਫੈਸਲਾ ਨਾ ਹੋ ਸਕਿਆ ਤਾਂ ਸਾਰੇ ਪੰਚਾਇਤ ਕੋਲ ਜਾ ਪੁੱਜੇ। ਤਾਂ ਹੋਇਆ ਕਿ ਵੀ ਅੰਗੂਠੇ ਨੇ ਸ਼ੁਰੂ ਕੀਤਾ ਵੀ ਮੈਂ ਸਭ ਤੋਂ ਵੱਡਾ ਹਾਂ ਤੇ ਫਿਰ ਨਾਲ ਦੀ ਉਂਗਲ ਨੇ ਕਿਹਾ ਅੰਗੂਠੇ ਦੇ ਨਾਲ ਦੀ ਵੀ ਮੈਂ ਤੇਰੇ ਤੋਂ ਵੱਡੀ ਆ, ਤੂੰ ਨਹੀਂ ਵੱਡੀ। ਤੇ ਬਾਕੀ ਤਿੰਨੋਂ ਉਂਗਲਾਂ ਵੀ ਕਿਉਂ ਚੁੱਪ ਰਹਿਣ? ਉਹਨਾਂ ਵਿੱਚ ਵੀ ਬਹਿਸ ਹੋਣ ਲੱਗ ਪਈ, ਵੀ ਆਪਣੇ ਆਪ ਨੂੰ ਦੱਸਣ ਲੱਗ ਪਈਆਂ ਵੀ ਮੈਂ ਵੱਡੀ ਹਾਂ, ਦੂਜੀ ਕਹੇ ਮੈਂ ਵੱਡੀ ਹਾਂ। ਤੇ ਜਦ ਉਹਨਾਂ ਵਿੱਚ ਫੈਸਲਾ ਨਾ ਹੋ ਸਕਿਆ ਤਾਂ ਉਹਨਾਂ ਨੇ ਸੋਚਿਆ ਵੀ ਪੰਚਾਇਤ ਕੋਲ ਚਲਦੇ ਆ। ਸਰਪੰਚ ਨੇ ਅੰਗੂਠੇ ਨੂੰ ਪ੍ਰਸ਼ਨ ਕੀਤਾ, ਬਈ ਅੰਗੂਠੇ, ਤੂੰ ਕਿਵੇਂ ਵੱਡਾ ਹੋ ਗਿਆ? ਅੰਗੂਠੇ ਨੇ ਆਖਿਆ, ਮੈਂ ਸਭ ਤੋਂ ਵੱਧ ਪੜ੍ਹਿਆ ਲਿਖਿਆ ਹਾਂ। ਅਨਪੜ੍ਹ ਲੋਕ ਦਸਤਖਤ ਕਰਨ ਦੀ ਥਾਂ ਮੇਰੀ ਹੀ ਵਰਤੋਂ ਕਰਦੇ ਹਨ। ਤੇ ਅੰਗੂਠੇ ਨੂੰ ਜਦ ਸਰਪੰਚ ਨੇ ਪੁੱਛਿਆ ਵੀ ਤੂੰ ਕਿੱਦਾਂ ਸਭ ਤੋਂ ਵੱਡਾ ਹੋ ਗਿਆ, ਤੇ ਅੰਗੂਠਾ ਕਹਿੰਦਾ, ਸਰਪੰਚ ਜੀ ਕੀ ਗੱਲ ਕਰਦੇ ਹੋ, ਮੈਂ ਤਾਂ ਸਭ ਤੋਂ ਪੜ੍ਹਿਆ ਲਿਖਿਆ ਹੈਗਾ ਹੈ। ਜਿਹੜੇ ਅਨਪੜ੍ਹ ਲੋਕ ਹੁੰਦੇ ਨੇ, ਜਿਨ੍ਹਾਂ ਤੋਂ ਸਾਈਨ ਨਹੀਂ ਹੁੰਦੇ, ਜੋ ਦਸਤਖਤ ਨਹੀਂ ਕਰ ਸਕਦੇ, ਉਹ ਕੀ ਕਰਦੇ ਨੇ? ਅੰਗੂਠਾ ਹੀ ਤਾਂ ਲਾਉਂਦੇ ਨੇ। ਫਿਰ ਅੰਗੂਠੇ ਦੇ ਨਾਲ ਵਾਲੀ ਉਂਗਲ ਨੇ ਆਖਿਆ, ਹਾਂ, ਮੈਂ ਵੱਡੀ ਹਾਂ। ਮੈਂ ਦੱਸਦੀ ਹਾਂ ਕਿ ਪਰਮਾਤਮਾ ਇੱਕ ਹੈ। ਕਿਸੇ ਵੱਲ ਇਸ਼ਾਰਾ ਕਰਨ ਲਈ ਵੀ ਮੇਰੀ ਹੀ ਵਰਤੋਂ ਕੀਤੀ ਜਾਂਦੀ ਹੈ। ਤਾਂ ਨਾਲ ਦੀ ਉਂਗਲ ਬੋਲੀ, ਹੈ ਨਹੀਂ 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 ਜੀ, ਮੈਂ ਦੱਸਦੀ ਹਾਂ ਮੈਂ ਵੱਡੀ ਹਾਂ। ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹਨੇ ਕਹੀ ਵੀ ਪਰਮਾਤਮਾ ਜਿਹੜਾ ਹੈ ਉਹ ਇੱਕ ਹੈ। ਤੇ ਕਿਸੇ ਨਾਲ ਅਗਰ ਅਸੀਂ ਗੱਲ ਕਰਨੀ ਹੋਏ ਤਾਂ ਇਸ਼ਾਰਾ ਵੀ ਕਰਨਾ ਹੋਵੇ ਤਾਂ ਫਿਰ ਕਿਹਦਾ ਇਸਤੇਮਾਲ ਕੀਤਾ ਜਾਂਦਾ? ਮੇਰਾ ਹੀ ਤਾਂ ਇਸਤੇਮਾਲ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਕੀ ਹੋਇਆ? ਉਸਦੇ ਨਾਲ ਵਾਲੀ ਵਿਚਕਾਰਲੀ ਉਂਗਲ ਨੇ ਆਖਿਆ, ਮੈਨੂੰ ਤਾਂ ਸਾਰੇ ਵੱਡੀ ਕਹਿੰਦੇ ਹੀ ਹਨ, ਭਾਵੇਂ ਤੁਸੀਂ ਆਪ ਹੀ ਵੇਖ ਲਓ, ਕੱਦ ਵਿੱਚ ਸਭ ਤੋਂ ਵੱਡੀ ਮੈਂ ਹੀ ਹਾਂ। ਤੇ ਜਿਹੜੀ ਵਿਚਾਰਲੀ ਉਂਗਲ ਸੀ ਉਹ ਕਹਿੰਦੀ, ਨਹੀਂ ਜੀ ਨਹੀਂ, ਮੈਂ ਸਭ ਤੋਂ ਵੱਡੀ ਹੈਗੀ ਆ, ਉਂਝ ਵੀ ਸਾਰੇ ਮੈਨੂੰ ਹੀ ਵੱਡਾ ਕਹਿੰਦੇ ਨੇ। ਪੁੱਛ ਲਓ ਕਿਸੇ ਨੂੰ ਵੀ ਜਾ ਕੇ, ਜਾਂ ਉਂਝ ਨਾਪ ਕਰਕੇ ਦੇਖ ਲਓ। ਚੌਥੀ ਉਂਗਲ ਨੇ ਆਖਿਆ, ਮੈਂ ਇਸ ਲਈ ਵੱਡੀ ਹਾਂ ਕਿ ਮੇਰੇ ਵਿੱਚ ਲੋਕ ਸੋਨੇ, ਚਾਂਦੀ, ਹੀਰੇ ਆਦਿ ਦੀਆਂ ਅੰਗੂਠੀਆਂ ਪਾਉਂਦੇ ਹਨ। ਤੇ ਚੌਥੀ ਉਂਗਲ ਕਹਿੰਦੀ, ਜੀ ਨਹੀਂ, ਮੈਂ ਵੱਡੀ ਹਾਂ, ਮੇਰੇ ਵਿੱਚ ਲੋਕੀ ਕਿੰਨਾ ਕੀਮਤੀ ਸਮਾਨ ਪਾਉਂਦੇ ਨੇ, ਅੰਗੂਠੀਆਂ ਪਾਉਂਦੇ ਨੇ, ਤੁਹਾਨੂੰ ਪਤਾ ਹੈ। ਤੇ ਅਖੀਰ ਵਿੱਚ ਚੀਚੀ ਨੇ ਕਿਹਾ, ਮੈਂ ਇਸ ਲਈ ਵੱਡੀ ਹਾਂ ਕਿਉਂਕਿ ਮੈਂ ਸਭ ਨਾਲ ਮਿਲ ਕੇ ਚੱਲਦੀ ਹਾਂ। ਮੁੱਠੀ ਮੀਚਣ ਵੇਲੇ ਭਲਾ ਮੈਂ ਕਿਹੜਾ ਪਿੱਛੇ ਰਹਿੰਦੀ ਹਾਂ? ਧਰਤੀ ਉੱਤੇ ਖਿਲਰੇ ਦਾਣਿਆਂ ਨੂੰ ਹੁੰਜਣ ਵੇਲੇ ਮੈਂ ਹੀ ਕਿਸਰਦੀ ਹਾਂ। ਤੇ ਜਿਹੜੀ ਅਖੀਰਲੀ ਉਂਗਲ ਹੁੰਦੀ ਹੈ ਉਹ ਕਹਿੰਦੀ ਹੈ, ਅਰੇ ਮੈਂ ਕਿਹੜਾ ਘੱਟ ਹੈਗੀ ਆ? ਜੇ ਤੁਸੀਂ ਮੁੱਠੀ ਬੰਦ ਕਰਨੀ ਹੋਏ ਤਾਂ ਮੈਂ ਰਲ ਕੇ ਚੱਲਦੀ ਹਾਂ ਤੁਹਾਡੀ ਸਾਰੀਆਂ ਉਂਗਲਾਂ ਨਾਲ। ਤੇ ਨਾਲ ਹੀ ਜੇ ਦਾਣੇ ਚੁੱਕਣੇ ਹੋਣ ਫਰਸ਼ ਤੋਂ ਤਾਂ ਕੌਣ ਕੁਸਰਦਾ ਹੈ? ਮੇਰੀ ਤਾਂ ਵਰਤੋਂ ਕੀਤੀ ਜਾਂਦੀ ਹੈ, ਮੇਰੀ ਤਾਂ ਕਿਸਾਈ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਪੰਚਾਇਤ ਸੋਚੀ ਪੈ ਗਈ। ਫਿਰ ਸਰਪੰਚ ਨੇ ਕਿਹਾ, ਥਾਲੀ ਵਿੱਚ ਲੱਡੂ ਲੈ ਕੇ ਆਓ,
ਲੱਡੂ ਲਿਆਂਦੇ ਗਏ। ਸਰਪੰਚ ਨੇ ਲੱਡੂ ਮੰਗਾਏ ਵੀ ਇੰਜ ਕਰੋ ਤੁਸੀਂ, ਮੈਂ ਸੋਚਦਾ ਤੁਸੀਂ ਥਾਲੀ ਵਿੱਚ ਇੱਕ ਲੱਡੂ ਲੈ ਆਓ ਜ਼ਰਾ, ਤੇ ਲੱਡੂ ਲੈ ਆਏ। ਉਸ ਤੋਂ ਬਾਅਦ ਸਰਪੰਚ ਨੇ ਪਹਿਲਾਂ ਅੰਗੂਠੇ ਨੂੰ ਆਖਿਆ ਲੱਡੂ ਚੁੱਕੋ। ਅੰਗੂਠੇ ਨੇ ਬਹੁਤ ਯਤਨ ਕੀਤਾ ਪਰ ਉਹ ਲੱਡੂ ਨਾ ਚੁੱਕ ਸਕਿਆ। ਯਤਨ ਦਾ ਮਤਲਬ ਹੁੰਦਾ ਹੈ ਕੋਸ਼ਿਸ਼। ਕੱਲਾ ਉਹ ਕੁਝ ਵੀ ਨਾ ਕਰ ਸਕਿਆ। ਫਿਰ ਅੰਗੂਠੇ ਦੇ ਨਾਲ ਵਾਲੀ ਉਂਗਲ ਨੂੰ ਆਖਿਆ ਗਿਆ, ਉਹ ਵੀ ਲੱਡੂ ਨਾ ਚੁੱਕ ਸਕੀ। ਸਭ ਨੂੰ ਆਖਿਆ ਗਿਆ ਵੀ ਤੁਸੀਂ ਚੱਕ ਕੇ ਦੇਖ ਲਓ। ਇਸ ਪ੍ਰਕਾਰ ਵਾਰੀ-ਵਾਰੀ ਸਾਰੀਆਂ ਉਂਗਲਾਂ ਨੂੰ ਲੱਡੂ ਚੁੱਕਣ ਲਈ ਆਖਿਆ ਗਿਆ। ਕੋਈ ਵੀ ਇਕੱਲੀ ਉਂਗਲ ਲੱਡੂ ਨਾ ਚੁੱਕ ਸਕੀ। ਇਕੱਲੀ ਉਂਗਲ ਕਿੱਥੇ ਕੰਮ ਕਰ ਸਕਦੀ ਹੈ। ਅੰਤ ਵਿੱਚ ਸਰਪੰਚ ਨੇ 5 ਉਂਗਲਾਂ ਨੂੰ ਆਖਿਆ, ਹੁਣ ਤੁਸੀਂ ਸਾਰੇ ਮਿਲ ਕੇ ਲੱਡੂ ਚੁੱਕੋ। 5 ਉਂਗਲਾਂ ਨੇ ਮਿਲ ਕੇ ਲੱਡੂ ਚੁੱਕ ਲਿਆ। ਆ ਦੇਖੋ 5 ਉਂਗਲਾਂ ਨੇ ਰਲ ਕੇ ਲੱਡੂ ਚੁੱਕ ਲਿਆ। ਕੱਲੇ ਕੱਲੇ ਤਾਂ ਚੁੱਕ ਹੀ ਨਹੀਂ ਸਕਦੇ ਸੀ। ਉਸ ਤੋਂ ਬਾਅਦ ਕੀ ਹੁੰਦਾ ਆਓ ਦੇਖੀਏ। ਸਰਪੰਚ ਆਖਣ ਲੱਗਾ, ਤੁਸੀਂ ਸਾਰਿਆਂ ਨੇ ਵੱਖ-ਵੱਖ ਹੋ ਕੇ ਯਤਨ ਕੀਤਾ ਪਰ ਤੁਸੀਂ ਲੱਡੂ ਨਹੀਂ ਚੁੱਕ ਸਕੇ। ਜਦੋਂ ਸਾਰਿਆਂ ਨੇ ਮਿਲ ਕੇ ਯਤਨ ਕੀਤਾ ਤਾਂ ਆਸਾਨੀ ਨਾਲ ਲੱਡੂ ਚੁੱਕ ਲਿਆ। ਇਸ ਲਈ ਤੁਹਾਡੇ ਵਿੱਚੋਂ ਕੋਈ ਵੀ ਇੱਕ ਵੱਡਾ ਨਹੀਂ ਹੈ। ਤੁਸੀਂ ਮਿਲ ਕੇ ਚੱਲਦੇ ਹੋ ਤਾਂ ਸਾਰੇ ਹੀ ਵੱਡੇ ਹੋ। ਇਹ ਵੀ ਸਮਝ ਲਿਓ ਕਿ ਏਕਤਾ ਨਾਲ ਮਿਲ ਜੁਲ ਕੇ ਰਹੋ ਤਾਂ ਕੋਈ ਕੰਮ ਔਖਾ ਨਹੀਂ। ਏਕਤਾ ਵਿੱਚ ਹੀ ਸ਼ਕਤੀ ਹੈ। ਤਾਂ ਸਰਪੰਚ ਨੇ ਸਮਝਾਇਆ ਵੀ ਕੱਲੇ ਕੱਲੇ ਤੁਸੀਂ ਕਿਤੇ ਨਹੀਂ ਖੜੇ ਹੁੰਦੇ, ਕੁਝ ਨਹੀਂ ਕਰ ਸਕਦੇ। ਜੇ ਰਲ ਕੇ ਕੋਈ ਕੰਮ ਕਰੋਗੇ ਤਾਂ ਸੌਖਾ ਵੀ ਲੱਗੇਗਾ, ਕੋਈ ਵੀ ਕੰਮ ਮੁਸ਼ਕਲ ਨਹੀਂ ਲੱਗੇਗਾ। ਜਿਹਦਾ ਮਤਲਬ ਇਹ ਹੈ ਵੀ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ। ਏਕਤਾ ਵਿੱਚ ਹੀ ਤਾਕਤ ਹੈ, ਏਕਤਾ ਵਿੱਚ ਹੀ ਸ਼ਕਤੀ ਹੈ ਕਿ ਨਹੀਂ ਬੱਚਿਓ। ਚਲੋ ਅੱਗੇ ਚੱਲਦੇ ਹਾਂ। ਇੱਥੇ ਹੈਗਾ ਪਾਠ ਅਭਿਆਸ, ਪੜ ਲੈਂਦੇ ਹਾਂ। ਸ਼ਬਦ अर्थ। सब तो पहला बहस, जिदा मतलब हुंदा है दलीलबाजी या फिर चर्चा करनी। उस तो बाद यतन, कोशिश करनी। पंचायत, पंचायत हुंदा बच्चों फैसला करन लई चुने हुए लोग, पिंडा विच हुंदी है पंचायत। फिर है हुंजना, मतलब इकट्ठा करना। इस प्रकार यानी कि इस तरह। अंगूठी, ओनू आपां कहंदे आ मुंदरी। एकता यानी कि एका। केसरदी दा मतलब रगड़दी। फिर है गए शक्ति, मतलब कि ताकत। अगे है दूजा मौखिक प्रश्न। सब तो पहला है अनपढ़ लोग दस्तखत करन दी थां की लाउंदे हन। आपां लिखांगे अनपढ़ लोग दस्तखत करन दी थां अंगूठा लाउंदे हन। इत्थे लिख दिंदे हां अनपढ़ लोग दस्तखत करन दी थां अंगूठा लाउंदे हन। अगला प्रश्न है सब तो छोटी उंगल नू की कहंदे हन। बच्चों सब तो छोटी उंगल नू चीची कहंदे हन। सब तो छोटी उंगल
ਨੂੰ ਚੀਚੀ ਕਹਿੰਦੇ ਹਨ। ਅਗਲਾ ਹੈਗਾ ਥਾਲੀ ਵਿੱਚੋਂ ਲੱਡੂ ਕਿੰਨੀਆਂ ਉਂਗਲਾਂ ਨੇ ਚੁੱਕਿਆ? ਥਾਲੀ ਵਿੱਚੋਂ ਲੱਡੂ 5 ਉਂਗਲਾਂ ਨੇ ਰਲ ਕੇ ਚੁੱਕਿਆ। ਇੱਥੇ ਲਿਖ ਦਿੰਦੇ ਆ ਥਾਲੀ ਵਿੱਚੋਂ ਲੱਡੂ 5 ਉਂਗਲਾਂ ਨੇ रल के चुक्या। अगला है तीजा प्रश्न। ठीक उत्तर अगे सही दा निशान लगाओ। पहला है हथ दियां उंगलां विच की होया? प्यार, लड़ाई या बहस? उन्हां तिन्नां विच हो गई सी बहस, लड़ाई, है ना एक तरीके दी। अगला है सरपंच ने सब तो पहला किस नू लड्डू चुकण लई कहा? वड्डी उंगल नू, चीची उंगल नू, अंगूठे नू? इसका उत्तर आएगा अंगूठे नू। तीजा सरपंच ने उंगलां नू किस तरह रहन लई कहा? अलग अलग, मिलजुल के, वड्डे बन के? मिलजुल के। चौथा शक्ति किस विच हुंदी है? लड़ाई विच, आकड़ विच या एकता विच? एके विच। शक्ति हुंदी है एके विच। अगला है ठीक शब्द चुन के खाली थावां भरो। सब तो पहला ऊड़ा। मैं दसदी हां कि डैश एक है, हथ या परमात्मा? इत्थे आएगा कि परमात्मा एक है, रब एक है। एड़ा डैश विच सब तो वड्डी मैं ही हां, कद या उमर? कद। एड़ी मेरे विच लोग सोने, चांदी, हीरे आदि दियां डैश पाउंदे हन, अंगूठियां या चूड़ियां? अंगूठियां। ससा डैश मिचण वेले भला मैं केड़ा पीछे रहिंदा हां, अखां या मुट्ठी? चीची उंगल कहंदी है ये मुट्ठी। अगला है पंजे उंगलां ने मिलके डैश चुक लिया, रसगुल्ला या लड्डू? लड्डू। एकता विच ही डैश है, शक्ति या कमजोरी? शक्ति। पंजवां प्रश्न। हेठ लिखे प्रश्नां दे उत्तर लिखो। ऊड़ा हथ दियां उंगलां विच बहस क्यों होई? हथ दियां उंगलां विच बहस इस लई होई क्योंकि हरेक उंगल अपने आप नू सब तो वड्डी कह रही सी। हथ दियां उंगलां विच बहस इस लई होई क्योंकि हरेक उंगल अपने आप नू
ਸਭ ਤੋਂ ਵੱਡੀ ਕਹਿ ਰਹੀ ਸੀ। ਅੱਗੇ ਐੜਾ ਅੰਗੂਠੇ ਨੇ ਸਰਪੰਚ ਨੂੰ ਕੀ ਕਿਹਾ? ਅੰਗੂਠੇ ਨੇ ਸਰਪੰਚ ਨੂੰ ਕਿਹਾ ਕਿ ਉਹ ਸਭ ਤੋਂ ਵੱਧ ਪੜ੍ਹਿਆ ਲਿਖਿਆ ਹੈ, ਇਸ ਲਈ ਅਨਪੜ੍ਹ ਲੋਕ ਦਸਤਖਤ ਕਰਨ ਲਈ ਉਸ ਨੂੰ ਵਰਤਦੇ ਹਨ। ਇੱਥੇ ਲਿਖ ਦਾਂਗੇ ਅੰਗੂਠੇ ਨੇ ਸਰਪੰਚ ਨੂੰ ਕਿਹਾ ਕਿ ਉਹ ਸਭ ਤੋਂ ਵੱਧ ਪੜ੍ਹਿਆ ਲਿਖਿਆ ਹੈ। ਇਸ ਲਈ ਅਨਪੜ੍ਹ ਲੋਕ ਦਸਤਖਤ ਕਰਨ ਲਈ ਉਸ ਨੂੰ ਵਰਤਦੇ ਹਨ। ਅਗਲਾ ਪ੍ਰਸ਼ਨ ਈੜੀ ਸਰਪੰਚ ਨੇ ਥਾਲੀ ਵਿੱਚ ਕੀ ਲਿਆਉਣ ਲਈ ਕਿਹਾ? ਸਰਪੰਚ ਨੇ ਥਾਲੀ ਵਿੱਚ ਲੱਡੂ ਲਿਆਉਣ ਲਈ ਕਿਹਾ। ਅੱਗੇ ਚੱਲਦੇ ਹਾਂ। ਸੱਸਾ ਪ੍ਰਸ਼ਨ ਕਿੰਨੀਆਂ ਉਂਗਲਾਂ ਨੇ ਮਿਲ ਕੇ ਲੱਡੂ ਚੁੱਕ ਲਿਆ? 5 ਉਂਗਲਾਂ ਨੇ ਮਿਲ ਕੇ ਲੱਡੂ ਚੁੱਕ ਲਿਆ। ਅੱਗੇ ਹੈ ਹਾਹਾ ਪ੍ਰਸ਼ਨ ਸਰਪੰਚ ਨੇ ਏਕਤਾ ਬਾਰੇ ਕੀ ਕਿਹਾ? ਆਪਾਂ ਲਿਖਾਂਗੇ ਸਰਪੰਚ ਨੇ ਕਿਹਾ ਕਿ ਏਕਤਾ ਵਿੱਚ ਹੀ ਸ਼ਕਤੀ ਹੈ। ਸਰਪੰਚ ਨੇ ਕਿਹਾ ਕਿ ਏਕਤਾ ਵਿੱਚ ਹੀ ਸ਼ਕਤੀ ਹੈ। ਅੱਗੇ ਚੱਲਦੇ ਹਾਂ। 6ਵਾਂ ਪ੍ਰਸ਼ਨ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਸਭ ਤੋਂ ਪਹਿਲਾ ਹੈਗਾ ਹੱਥ। ਇੱਥੇ ਲਿਖ ਸਕਦੇ ਹਾਂ ਸਾਨੂੰ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਸਾਬਣ ਵਿੱਚ ਧੋਣੇ ਚਾਹੀਦੇ ਹਨ। ਚਲੋ ਲਿਖੀਏ ਸਾਨੂੰ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਆ ਦੇਖੋ ਇੱਥੇ ਵਰਤੋਂ ਹੋ ਗਈ ਹੱਥ ਦੀ ਸਾਬਣ ਨਾਲ ਧੋਣੇ
चाहिदे हन। ठीक है, अगला है फैसला। ਆਪਾਂ ਲਿਖ ਸਕਦੇ ਹਾਂ ਪਿੰਡ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਉਹ ਪਿੰਡ ਵਿੱਚ ਇੱਕ ਸਕੂਲ ਬਣਾਉਣਗੇ ਤਾਂ ਕਿ ਬੱਚੇ ਬਹੁਤ ਪੜ੍ਹ ਸਕਣ। ਪਿੰਡ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਉਹ ਪਿੰਡ ਵਿੱਚ ਇੱਕ ਸਕੂਲ ਬਣਾਉਣਗੇ। ਇੱਥੇ ਲਿਖਤਾ ਫੈਸਲਾ। ਅੱਗੇ ਹੈ ਲੱਡੂ। ਲੱਡੂ ਤੇ ਵਾਕ ਬਣਾ ਸਕਦੇ ਹਾਂ ਜਿਵੇਂ ਕਿ ਮੇਰੇ ਮਾਤਾ ਜੀ ਬਾਜ਼ਾਰ ਵਿੱਚੋਂ ਲੱਡੂ ਲੈ ਕੇ ਆਏ। ਇੱਥੇ ਹੈ ਦਸਤਖਤ। ਮੈਂ ਲਿਖ ਸਕਦੀ ਹਾਂ ਮੈਂ ਛੁੱਟੀ ਦੀ अर्जी ऊपर आपने पिताजी दे दस्तखत करवाए। अगे है शक्ति। इत्थे लिखांगे हरियां सब्जियां खा के सानू बीमारियां नाल लड़न दी शक्ति मिलती है। आगे चलते हैं। सतवां है समझो ते लिखो। उंगल उंगला। इत्थे एक तो बहुवचन बनाए हुए ने। आगे है दाना दाने। अंगूठा अंगूठे बहुवचन। हीरा हीरे। 8वां प्रश्न है अध्यापक पाठ विचों शब्द चुन के बोले अते बच्चों नूं लिखण लई कहे। तुसी पाठ विचों सारे शब्द याद कर लेने ने भी किवें लिखने ने, फिर तुहाडे अध्यापक तुहानूं बोलणगे ते तुसी इत्थे लिखने ने। आओ आपां भी करके देखिए, कुछ शब्द बोल के लिख के देखदे हां। सब तो पहला शब्द जिहड़ा आपां शुरू करांगे ਉਹ ਦਿੱਤਾ ਹੋਇਆ ਉਂਗਲਾਂ। उस तो बाद बहस, फिर है अंगूठा, पंचायत, उस तो बाद दिता होया दस्तखत, पढ़िया लिखिया,
परमात्मा विचकारली लड्डू जतन मिलजुल औखा। ठीक है बच्चों, अगे है रचनात्मक कार्य। अध्यापक विद्यार्थियों ਨੂੰ ਸਕੂਲ ਦੇ ਮੈਦਾਨ ਵਿੱਚ ਰਿਲੇ ਦੌੜ ਕਰਵਾਏ। ਜਿੱਤਣ ਵਾਲੀ ਟੀਮ ਦੇ ਆਪਸੀ ਤਾਲਮੇਲ ਦੀ ਉਦਾਹਰਨ ਦੇ ਕੇ ਕਹਾਣੀ ਦਾ ਮਹੱਤਵ ਸਮਝਾਏ। ਰਿਲੇ ਰੇਸ ਹੁੰਦਾ ਹੈ ਬੱਚਿਓ, ਜਿਵੇਂ ਇੱਕ ਬੱਚਾ ਡੰਡਾ ਦੂਜੇ ਨੂੰ ਫੜਾਉਂਦਾ ਹੈ, ਫਿਰ ਤੀਜਾ, ਫਿਰ ਇੰਜ ਕਰਕੇ। जब तक सारे रल मिल के ना खेडन तद तक इस खेड नूं नहीं जित्तिया जा सकता। तां ये समझाया गया भी ये जिहड़े चार खिडारी हैगे ने, ठीक है, वो आपस विच जे डंडा नहीं फड़ाणगे ते खेड अगे नहीं चलेगा, ते जे तेज भी नहीं होणगे फिर भी हार जाणगे। तां इंज कर करके चार चार बंदियां दी टीमां बनणगियां। ਜਿਹੜੀ ਟੀਮ ਸਭ ਤੋਂ ਪਹਿਲਾਂ ਡੰਡਾ ਇੱਕ ਦੂਜੇ ਨੂੰ ਫੜਾਉਂਦੀ ਰਹੇਗੀ ਉਹ ਟੀਮ ਜਿੱਤ ਜਾਏਗੀ। ਤੇ ਇਹਦੇ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਵੀ ਏਕਤਾ ਵਿੱਚ ਹੀ ਤਾਕਤ ਹੈ। ਜੇ ਰਲ ਮਿਲ ਕੇ ਖੇਡੀਏ ਤਾਂ ਅਸੀਂ ਜ਼ਰੂਰ ਜਿੱਤ ਸਕਦੇ ਹਾਂ, ਹੈ ਕਿ ਨਹੀਂ ਬੱਚਿਓ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋਵੇਗਾ, ਕੁਝ ਨਾ ਕੁਝ ਸਿੱਖਿਆ ਹੋਵੇਗਾ ਤੁਸੀਂ। ਹੁਣ ਆਪਾਂ ਅਗਲੀ ਕਲਾਸ ਵਿੱਚ ਮਿਲਾਂਗੇ, ਤਦ ਤੱਕ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।